ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਏਹੀ ਬੰਧਨਾ, ਫਿਰ ਫਿਰ ਜੋਨੀ ਪਾਹੇ। ਇਹ ਪਰਿਕਰਣ ਕੱਲ ਚੱਲ ਰਿਹਾ ਸੀ। ਹਉਮੈ ਕਿਥੋਂ ਉਪਜੈ, ਕਿਤ ਸੰਜਮ ਦੁਖ ਜਾਏ। ਵੀ ਹਉਮੈ ਕਿਥੋਂ ਉਪਜੈ, ਕਿਤ ਸੰਜਮ ਇਹੋ ਜਾਏ। ਕਿਵੇਂ ਪੈਦਾ ਹੁੰਦੀ ਹੈ ਤੇ ਕਿਵੇਂ ਇਹ ਜਾਂਦੀ ਹੈ। ਕਿਉਂਕਿ ਹਉਮੈ ਇਹੋ ਹੁਕਮ ਹੈ, ਪਏ ਖਿਰਤ ਫਰਾਏ। ਜਿਹੜਾ ਹਉਮੈ ਦੇ ਵਿੱਚ ਹੈ ਉਹਨੂੰ ਇਹੋ ਹੀ ਹੁਕਮ ਹੈ ਵੀ ਕਿਰਤ ਦੇ ਵਿੱਚ ਤੁਰਿਆ ਫਿਰ। ਹਉਮੈ ਏਈ ਬੰਧਨਾ, ਫਿਰ ਫਿਰ ਜੋਨੀ ਪਾਹੇ। ਬੰਧਨ ਦੇ ਵਿੱਚ ਪਿਆ ਰਿਹਾ ਤੇ ਜੂਨਾਂ ਦੇ ਵਿੱਚ ਫਿਰਦਾ ਰਿਹਾ। ਇਹੋ ਹੀ ਹੁਕਮ ਹੈ ਤੈਨੂੰ, ਤੂੰ ਕਿਉਂਕਿ ਤੇਰੇ ਵਿੱਚ ਹਉ ਹੈ। ਤੇ ਹਉਮੈ ਕਿੱਥੋਂ ਉਪਜੈ, ਇਹ ਪੈਦਾ ਕਿਵੇਂ ਹੁੰਦੀ ਹੈ। ਇਹ ਕੱਲ ਜੋ ਬਹੁਤ ਹੀ ਪ੍ਰਚਲਿਤ ਈਸਾਈਅਤ ਗਾਥਾ ਸੀ ਨਾ, ਉਹ ਬਹੁਤ ਹੀ ਸੰਕੇਤਿਕ ਹੈ, ਸਮਝਣ ਯੋਗ ਹੈ। ਪੁਰਾਣੇ ਸ਼ਾਸਤਰਾਂ ਦੇ ਵਿੱਚ ਬਹੁਤ ਸਾਰਾ ਉਪਦੇਸ਼ ਕਹਾਣੀਆਂ ਦੁਆਰਾ ਦਿੱਤਾ ਗਿਆ ਹੈ ਤੇ ਕਹਾਣੀਆਂ ਦੇ ਵਿੱਚ ਸੰਕੇਤ ਹੁੰਦੇ ਹਨ। ਪਹਿਲੀ ਗੱਲ ਹੈ, ਕਹਾਣੀ ਨੂੰ ਚੇਤਾ ਰੱਖਣਾ ਆਸਾਨ ਹੁੰਦਾ ਹੈ। ਕਹਾਣੀ ਖਿਆਲ ਵਿੱਚ ਰਹਿ ਜਾਂਦੀ ਹੈ, ਪਰ ਕਹਾਣੀ ਦੇ ਵਿੱਚ ਬਹੁਤ ਸੰਕੇਤਿਕ ਅਰਥ ਹੁੰਦੇ ਹਨ। ਪਰਤ ਦਰ ਪਰਤ ਜਿਵੇਂ ਆਪਾਂ ਖੋਲੀਏ ਨਾ, ਫਿਰ ਪਤਾ ਲੱਗਦਾ ਹੈ। ਪਰ ਜਿਹੜੇ ਲੋਕ ਬਾਹਰ ਮੁਖੀ ਹਨ, ਉਹਨਾਂ ਨੂੰ ਇਹ ਕਹਾਣੀਆਂ ਹਾਸੋਹੀਣੀਆਂ ਲੱਗਦੀਆਂ ਹਨ ਵੀ ਇਹ ਵੀ ਕੋਈ ਗੱਲ ਹੋਈ। ਤੇ ਬਹੁਤ ਲੋਕ ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਹੱਸ ਲੈਂਦੇ ਹਨ ਵੀ ਬੱਚਿਆਂ ਵਾਲੀਆਂ ਗੱਲਾਂ ਹਨ। ਪਰ ਜਿਨ੍ਹਾਂ ਨੇ ਕਹੀਆਂ ਸਨ ਉਹ ਬੱਚੇ ਨਹੀਂ ਸਨ, ਉਹ ਜੀਵਨ ਦੇ ਅਨੁਭਵ ਦੇ ਵਿੱਚ ਦੀ ਗੁਜ਼ਰ ਕੇ ਕਹੀਆਂ ਸਨ, ਧਾਰਮਿਕ ਗਹਿਰਾਈ ਨੂੰ ਛੂਹ ਕੇ ਕਹੀਆਂ ਸਨ। ਤੇ ਉਹਨਾਂ ਨੇ ਐਵੇਂ ਨਹੀਂ ਕਹੀਆਂ ਸਨ। ਇਸੇ ਕਰਕੇ ਹੀ ਬੜੇ ਪੁਰਾਤਨ ਸਮੇਂ ਤੋਂ ਇਹ ਚੱਲ ਰਹੀਆਂ ਹਨ, ਲੋਕਾਂ ਨੂੰ ਭੁੱਲਦੀਆਂ ਨਹੀਂ ਹਨ, ਕਿਉਂਕਿ ਇਹਨਾਂ ਦੇ ਵਿੱਚ ਜੀਵਨ ਦਾ ਸਾਰ ਛੁਪਿਆ ਹੋਇਆ ਹੈ। ਤੇ ਫਿਰ ਤੋਂ ਤੁਸੀਂ ਖਿਆਲ ਕਰੋ ਇਸ ਕਹਾਣੀ ਵੱਲ, ਤੁਹਾਨੂੰ ਹੋਰ ਵੀ ਬਹੁਤ ਗੱਲਾਂ ਸਪਸ਼ਟ ਹੋ ਜਾਣਗੀਆਂ। ਪਹਿਲਾ ਆਦਮੀ ਹੋਇਆ ਹੈ ਆਦਮ। ਆਦਮ ਦਾ ਅਰਥ ਹੀਬਰੂ ਭਾਸ਼ਾ ਦੇ ਵਿੱਚ ਮਿੱਟੀ ਹੁੰਦਾ ਹੈ, ਭਾਵ ਕਿ ਮਿੱਟੀ ਦਾ ਪੁਤਲਾ। ਜਿਵੇਂ ਨਾਮਦੇਵ ਜੀ ਕਹਿੰਦੇ ਹਨ, ਮਾਟੀ ਕੋ ਪੂਤਰਾ ਕੈਸੇ ਨਚਤ। ਤੇ ਆਦਮੀ ਨੂੰ ਪਰਮਾਤਮਾ ਨੇ ਕਿਹਾ ਵੀ ਇਹ ਜੋ ਗਿਆਨ ਦਾ ਫਲ ਹੈ ਨਾ, ਇਹਨੂੰ ਨਹੀਂ ਤੂੰ ਖਾਣਾ ਹੈ, ਹੋਰ ਜੋ ਤੂੰ ਖਾਣਾ ਚਾਹਵੇਂ ਤੂੰ ਖਾ ਸਕਦਾ ਹੈ।
ਇਹ ਸਵਰਗ ਦਾ ਬਗੀਚਾ ਤੇਰੇ ਵਾਸਤੇ ਹੀ ਹੈ। ਬਹੁਤ ਕੁਛ ਹੈ ਇਹਦੇ ਵਿੱਚ, ਤੇ ਤੂੰ ਸੁਖ ਮਾਣ, ਆਨੰਦ ਮਾਣ। ਤੇ ਪਰਮਾਤਮਾ ਨੇ ਆਪਣੇ ਜਿਹਾ ਹੀ ਮਨੁੱਖ ਨੂੰ ਬਣਾਇਆ ਸੀ ਤੇ ਸਵਰਗ ਦੇ ਵਿੱਚ ਭੇਜਿਆ। ਪਰ ਜਿਹੜੀ ਗੱਲ ਤੋਂ ਪਰਮਾਤਮਾ ਨੇ ਇਨਕਾਰ ਕੀਤਾ ਸੀ ਨਾ, ਉਹ ਗੱਲ ਮਨੁੱਖ ਭੁੱਲ ਗਿਆ। ਤੇ ਉਹਨੇ ਉਹ ਗਿਆਨ ਦਾ ਫਲ ਜਿਹੜਾ ਸੀ ਨਾ, ਉਹ ਖਾ ਲਿਆ। ਤੇ ਇਸ ਕਹਾਣੀ ਦੇ ਵਿੱਚ ਅੱਗੇ ਇਹ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਪੁੱਛਿਆ ਫਿਰ ਆਦਮ ਨੂੰ ਕਿ ਤੂੰ ਇਹ ਫਲ ਕਿਉਂ ਖਾਧਾ, ਜਦੋਂ ਤੈਨੂੰ ਕਿਹਾ ਗਿਆ ਸੀ, ਮਨਾ ਕੀਤਾ ਗਿਆ ਸੀ। ਕਹਿੰਦਾ ਮੈਨੂੰ ਇਸਤਰੀ ਨੇ ਭਰਮਾ ਲਿਆ। ਇਸਤਰੀ ਨੂੰ ਪੁੱਛਿਆ ਗਿਆ, ਉਹ ਕਹਿੰਦੇ ਮੈਨੂੰ ਸੱਪ ਨੇ ਭਰਮਾ ਲਿਆ, ਫੁਸਲਾ ਲਿਆ। ਹੁਣ ਇਸਤਰੀ ਨੇ ਭਰਮਾ ਲਿਆ, ਇਹਦਾ ਭਾਵ ਹੈ ਵੀ ਇਸਤਰੀਣ ਚਿੱਤ ਨੇ ਭਰਮਾ ਲਿਆ। ਤੇ ਇਸਤਰੀ ਨੇ ਕਿਵੇਂ ਭਰਮਾਇਆ? ਕਿਉਂਕਿ ਉਹਨੂੰ ਭਰਮਾਉਣ ਵਾਲੀ ਪਿੱਛੇ ਮਾਇਆ ਸੀ, ਸੱਪ। ਸੱਪ ਪ੍ਰਤੀਕ ਹੈ ਮਾਇਆ ਦਾ। ਮਾਰ ਮਾਰ ਸਰਪਨੀ ਨਿਰਮਲ ਜਲ ਬੈਠੇ, ਬਹੁਤ ਜਗ੍ਹਾ ਸੱਪ ਪ੍ਰਤੀਕ ਮਾਇਆ ਵਾਸਤੇ ਵਰਤਿਆ ਗਿਆ ਹੈ। ਵੀ ਮਾਇਆ ਨੇ ਭਰਮਾ ਲਿਆ, ਤੇਰੀ ਮਾਇਆ ਨੇ ਪਰਮਾਤਮਾ, ਜਿਹੜੀ ਤੂੰ ਮਾਇਆ ਪਾਈ ਹੋਈ ਸੀ। ਇਹਦਾ ਭਾਵ ਇਹ ਹੋਇਆ ਵੀ ਇਸਤਰੀ ਨੇ ਫਿਰ ਪਰਮਾਤਮਾ ਵੱਲ ਨੂੰ ਹੀ ਇਸ਼ਾਰਾ ਕਰ ਦਿੱਤਾ ਵੀ ਤੂੰ ਹੀ ਮੇਰੇ ਅੰਦਰ ਮਮਤਾ ਪੈਦਾ ਕੀਤੀ, ਮੋਹ ਪੈਦਾ ਕੀਤਾ। ਤੋ ਮਮਤਾ ਕਰਕੇ ਮੈਂ ਸੋਚਣ ਲੱਗ ਗਈ ਵੀ ਇਹ ਬੱਚਾ ਸੰਸਾਰ ਦੇ ਵਿੱਚ ਕਿਵੇਂ ਜੀਵਤ ਰਹੇਗਾ। ਤੇ ਜਿੰਨਾ ਸੰਸਾਰ ਬਾਰੇ ਜ਼ਿਆਦਾ ਜਾਣੇਗਾ, ਓਨਾ ਹੀ ਸੰਸਾਰ ਦੇ ਵਿੱਚ ਸੁਖੀ ਰਹੇਗਾ ਤੇ ਮੈਨੂੰ ਵੀ ਸੁਖੀ ਕਰੇਗਾ। ਇਹੋ ਹੀ ਮਾਂ ਦਾ ਖਿਆਲ ਹੁੰਦਾ ਹੈ ਨਾ। ਤੇ ਬੱਚੇ ਪ੍ਰਤੀ ਮਮਤਾ ਪੈਦਾ ਹੋਈ, ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ। ਇਹੋ ਹੀ ਹੈ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਤੇ ਮਮਤਾ ਮੇਰਾ ਹੈ, ਮੋਹ ਪੈਦਾ ਹੋ ਗਿਆ ਬੱਚੇ ਦੇ ਪ੍ਰਤੀ। ਤੋ ਉਸ ਮੋਹ ਦਾ ਕਰਕੇ, ਉਸ ਮਾਇਆ ਦਾ ਕਰਕੇ ਫਿਰ ਉਹ ਇਸਤਰੀ ਸੋਚਣ ਲੱਗ ਗਈ ਆਪਣੇ ਬੱਚੇ ਪ੍ਰਤੀ ਵੀ ਇਹ ਜਿੰਨਾ ਸਫਲ ਹੋਵੇਗਾ ਸੰਸਾਰ ਦੇ ਵਿੱਚ, ਓਨਾ ਸੁਖੀ ਰਹੇਗਾ। ਕਿਉਂਕਿ ਉਹ ਬਾਹਰ ਦੇਖ ਰਹੀ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਬੱਚੇ ਬਹੁਤ ਗਰੀਬ ਹਨ, ਤੇ ਉਹਨਾਂ ਵੱਲ ਵੀ ਦੇਖਦੀ ਹੈ ਵੀ ਉਹ ਬਹੁਤ ਦੁਖੀ ਹਨ, ਉਹਨਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ ਹੈ, ਕੋਈ ਰਹਿਣ ਨੂੰ ਸੁਵਿਧਾ ਨਹੀਂ ਹੈ, ਕੋਈ ਜਾਣ ਆਉਣ ਨੂੰ ਹੀ ਨਹੀਂ ਹੈ। ਗਰੀਬਾਂ ਵੱਲ ਦੇਖਦੇ ਹੀ ਹਨ ਨਾ ਲੋਕ। ਅਜੋਕੇ ਸਮੇਂ 'ਚ ਤੇ ਜ਼ਿਆਦਾ ਸੁਵਿਧਾ ਹੈ ਦੇਖਣ ਦੀ, ਟੀਵੀ ਦੇ ਜ਼ਰੀਏ ਦੇਖਦੇ ਹਨ, ਟੈਲੀਫੋਨ ਦੇ ਜ਼ਰੀਏ ਦੇਖਦੇ ਹਨ। ਤਾਂ ਉਹਨਾਂ ਨੂੰ ਖਿਆਲ ਆਉਂਦਾ ਹੈ ਸਾਡੇ ਬੱਚੇ ਨਾ ਐਸੇ ਹੋ ਜਾਣ ਅੱਗੇ। ਅਗਰ ਨਾ ਪੜ੍ਹੇ ਲਿਖੇ, ਨਾ ਸੰਸਾਰ ਦੇ ਵਿੱਚ ਵਿਕਾਸ ਕੀਤਾ, ਨਾ ਸਮਝਿਆ, ਨਾ ਜਾਣਿਆ ਸੰਸਾਰ ਨੂੰ, ਤੇ ਸੰਸਾਰ 'ਚ ਤਰੱਕੀ ਨਹੀਂ ਕਰ ਸਕਦੇ, ਪਿੱਛੇ ਰਹਿ ਜਾਣਗੇ।
ਗਰੀਬ ਰਹਿ ਜਾਣਗੇ ਤੇ ਦੁਖੀ ਹੋਣਗੇ। ਇਹ ਮਾਂ ਦਾ ਖਿਆਲ ਹੈ। ਤੇ ਇਸ ਖਿਆਲ ਨੂੰ ਮੁੱਖ ਰੱਖ ਕੇ ਬੱਚੇ ਨੂੰ ਫਿਰ ਗਿਆਨ ਦਾ ਫਲ ਖਵਾਉਂਦੀ ਹੈ ਆਪਣੇ ਹੱਥੀਂ। ਸੰਸਾਰ ਦੇ ਗਿਆਨ ਦਾ ਫਲ ਮਾਂ ਹੀ ਖਵਾਉਂਦੀ ਹੈ ਬੱਚੇ ਨੂੰ ਆਪਣੇ ਹੱਥੀਂ। ਜਿਹੜੇ ਗਿਆਨ ਦੇ ਫਲ ਖਾਣ ਤੋਂ ਪਰਮਾਤਮਾ ਨੇ ਉਸ ਬੱਚੇ ਨੂੰ ਇਨਕਾਰ ਕੀਤਾ ਸੀ, ਮਨਾ ਕੀਤਾ ਸੀ, ਪਰ ਬੱਚਾ ਤੇ ਭੋਲਾ ਹੈ, ਉਹਨੂੰ ਤੇ ਭੁੱਲ ਭੱਲ ਗਿਆ ਤੇ ਉਹਨੇ ਖਾਣਾ ਸ਼ੁਰੂ ਕਰ ਦਿੱਤਾ। ਫਿਰ ਮਾਂ ਖਵਾਉਂਦੀ ਹੈ, ਮਾਂ ਪਾਲ ਰਹੀ ਹੈ, ਖਿਆਲ ਰੱਖ ਰਹੀ ਹੈ, ਤੇ ਮਾਂ ਦੇ ਹੱਥ ਦਾ ਤੇ ਖਾਊਗਾ ਹੀ ਨਾ ਬੱਚਾ। ਫਿਰ ਸੰਸਾਰ ਦਾ ਧੀਰੇ ਧੀਰੇ ਗਿਆਨ ਹਾਸਿਲ ਕਰਦਾ ਹੈ ਬੱਚਾ। ਸੰਸਾਰ ਦਾ ਗਿਆਨ ਜਿੰਨਾ ਹੁੰਦਾ ਜਾਂਦਾ ਹੈ, ਸੰਸਾਰ ਦਾ ਗਿਆਨ ਓਨਾ ਹੀ ਆਪਣੇ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਹਉਂ ਵੱਧਦੀ ਜਾਂਦੀ ਹੈ, ਕਿਉਂਕਿ ਜਾਣਕਾਰੀ ਵੱਧਦੀ ਹੈ। ਜਾਣਕਾਰੀ ਦੇ ਨਾਲ ਹੰਕਾਰ ਵੱਧਦਾ ਹੈ। ਹੰਕਾਰ ਜਾਣਕਾਰੀ ਦਾ ਹੀ ਹੁੰਦਾ ਹੈ ਨਾ, ਬੇਸਮਝ ਨੂੰ ਕਿਤੇ ਹੰਕਾਰ ਹੋਵੇਗਾ। ਇਸੇ ਕਰਕੇ ਪਸ਼ੂਆਂ ਨੂੰ ਹੰਕਾਰ ਨਹੀਂ ਹੈ, ਸਮਝ ਨਹੀਂ ਹੈ ਬਹੁਤੀ। ਜਿੰਨਾ ਜਾਣਕਾਰ ਜ਼ਿਆਦਾ ਹੋਵੇਗਾ ਓਨਾ ਹੰਕਾਰ ਜ਼ਿਆਦਾ ਹੋਵੇਗਾ। ਤੇ ਸੰਸਾਰ ਦੇ ਗਿਆਨ ਦਾ ਫਲ ਤੇ ਇਸ ਕਹਾਣੀ ਦੇ ਵਿੱਚ ਬਹੁਤ ਹੀ ਗਹਿਰੇ ਪ੍ਰਤੀਕ ਹਨ। ਕਿ ਜਦੋਂ ਗਿਆਨ ਦਾ ਫਲ ਖਾ ਲਿਆ ਨਾ ਆਦਮ ਨੇ ਤੇ ਉਸ ਇਸਤਰੀ ਨੇ, ਤੇ ਕਹਿੰਦੇ ਸਵਰਗ ਦੇ ਬਗੀਚੇ ਚੋਂ ਬਾਹਰ ਆ ਗਏ। ਤੇ ਬੱਚਾ ਜਦੋਂ ਹੀ ਗਿਆਨ ਦਾ ਫਲ ਖਾਂਦਾ ਹੈ, ਸੰਸਾਰ ਦਾ ਗਿਆਨ ਹੁੰਦਾ ਜਾਂਦਾ ਓਨਾ ਹੀ ਸਵਰਗ ਦੇ ਬਗੀਚੇ ਚੋਂ ਬਾਹਰ ਆਉਂਦਾ ਜਾਂਦਾ। ਸੰਸਾਰ ਦੀ ਜਾਣਕਾਰੀ ਹੁੰਦੀ ਜਾਂਦੀ ਹੈ ਤੇ ਆਪਣੀ ਜਾਣਕਾਰੀ ਤੋਂ ਦੂਰ ਹੁੰਦਾ ਜਾਂਦਾ। ਮੈਂ ਕੌਣ ਹਾਂ, ਆਪਣੇ ਆਪ ਤੋਂ ਦੂਰੀ ਹੁੰਦੀ ਜਾਂਦੀ ਹੈ। ਸੰਸਾਰ ਵੱਲ ਧਿਆਨ ਹੁੰਦਾ ਜਾਂਦਾ, ਸੰਸਾਰ ਬਾਰੇ ਜਾਣਦਾ ਜਾਂਦਾ ਹੈ, ਆਪਣੇ ਬਾਰੇ ਭੁੱਲਦਾ ਜਾਂਦਾ ਹੈ। ਆਪਣੇ ਤੋਂ ਦੂਰ ਹੁੰਦਾ ਜਾਂਦਾ ਹੈ। ਤੇ ਫਲ ਖਾਧਾ ਹੈ ਗਿਆਨ ਦਾ। ਤੇ ਕਈਆਂ ਨੇ ਇਨਕਾਰ ਵੀ ਕੀਤਾ ਹੈ ਇਸ ਫਲ ਖਾਣ ਤੋਂ, ਜਿਵੇਂ ਧਰੂ ਤੇ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੋ ਹਰਿ ਜੈਸੇ। ਇਹਨਾਂ ਨੇ ਮਨਾ ਕੀਤਾ। ਪ੍ਰਹਿਲਾਦ ਨੇ ਕਿਹਾ, ਨਹੀਂ ਛੋੜੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੜਨ ਸਿਓ ਨਾ ਹੀ ਕਾਮ। ਵੀ ਮੈਂ ਇਹ ਸੰਸਾਰਿਕ ਵਿਦਿਆ ਨਹੀਂ ਪੜ੍ਹਨੀ, ਮੈਂ ਸੰਸਾਰ 'ਚ ਕਾਮਯਾਬ ਨਹੀਂ ਹੋਣਾ ਹੈ, ਮੈਂ ਰਾਜ ਭਾਗ ਨਹੀਂ ਸਾਂਭਣਾ ਹੈ, ਮੈਂ ਰਾਜਨੀਤੀ ਨਹੀਂ ਪੜ੍ਹਨੀ। ਉਹਨਾਂ ਨੇ ਇਨਕਾਰ ਕੀਤਾ ਵੀ ਸੰਸਾਰ ਦੇ ਗਿਆਨ ਦਾ ਫਲ ਅਸੀਂ ਨਹੀਂ ਖਾਣਾ ਹੈ। ਉਹਨਾਂ ਨੂੰ ਚੇਤਾ ਰਿਹਾ ਹੋਵੇਗਾ ਪਰਮਾਤਮਾ ਦੀ ਗੱਲ ਦਾ, ਯਾਦ ਹੋਵੇਗੀ ਵੀ ਇਹ ਗਿਆਨ ਦਾ ਫਲ ਖਾ ਲਿਆ ਤੇ ਫਸ ਗਏ। ਫਿਰ ਤੇ ਗਿਆਨ ਦਾ ਅੰਤ ਨਹੀਂ ਹੈ, ਗਾਂ ਤੋਂ ਗਾਂ ਹੀ ਜਾਂਦਾ ਹੈ ਸੰਸਾਰ ਦੇ ਵਿੱਚ। ਦੇਖੋ ਤੁਸੀਂ, ਸੰਸਾਰ ਦਾ ਗਿਆਨ ਹਾਸਿਲ ਕਰ ਕਰਕੇ ਹੀ ਵਿਗਿਆਨਿਕ ਮਰ ਜਾਂਦੇ ਹਨ, ਫਿਰ ਵੀ ਤ੍ਰਿਪਤ ਨਹੀਂ ਹੁੰਦੇ ਹਨ। ਇਹ ਨਹੀਂ ਕਹਿੰਦੇ ਹਨ ਜਾਣ ਲਿਆ ਹੈ ਇਸ ਸੰਸਾਰ ਨੂੰ। ਤ੍ਰਿਪਤ ਨਹੀਂ ਹੁੰਦੇ ਹਨ। ਤੇ ਜਿੰਨਾ ਜ਼ਿਆਦਾ ਗਿਆਨ ਹੁੰਦਾ ਜਾਂਦਾ ਹੈ ਨਾ, ਤਾਂ ਓਨਾ ਹੀ ਸੰਸਾਰ
ਅਪਰਿਚਿਤ ਹੁੰਦਾ ਜਾਂਦਾ ਹੈ। ਤੇ ਸੰਸਾਰ ਦਾ ਗਿਆਨ, ਸੰਸਾਰ ਦੀ ਸਮਝ, ਸੰਸਾਰ ਦੀ ਜਾਣਕਾਰੀ ਦੁਬਾਰਾ ਹਉਂ ਪੈਦਾ ਹੁੰਦੀ ਹੈ, ਮੈਂ ਪੈਦਾ ਹੁੰਦੀ ਹੈ, ਕਿਉਂਕਿ ਜਾਣਕਾਰੀ ਦੁਆਰਾ ਹੀ ਤੁਹਾਨੂੰ ਆਪਣੇ ਆਪ ਦਾ ਪਤਾ ਲੱਗਦਾ ਹੈ। ਤੇ ਗਿਆਨ ਦਾ ਫਲ ਖਾ ਲਿਆ ਤੇ ਸਵਰਗ ਦੇ ਬਗੀਚੇ ਚੋਂ ਬਾਹਰ ਆ ਗਿਆ ਬੱਚਾ। ਪਰ ਫਿਰ ਅਗਰ ਚੇਤਾ ਆ ਜਾਵੇ, ਖਿਆਲ ਆ ਜਾਵੇ ਵੀ ਇਹ ਫਲ ਖਾਣ ਕਰਕੇ ਹੀ ਮੈਂ ਸਵਰਗ ਦੇ ਬਗੀਚੇ ਚੋਂ ਬਾਹਰ ਆਇਆ ਸੀ, ਆਪਣੇ ਤੋਂ ਦੂਰ ਗਿਆ ਸੀ, ਉਹ ਜਿਹੜਾ ਗਿਆਨ ਹੈ ਉਹ ਸਿਰਫ ਬੁੱਧੀ ਵਿੱਚ ਸੰਗ੍ਰਹਿਤ ਹੈ, ਬੁੱਧੀ ਦੇ ਤਲ ਤੇ ਸੰਗ੍ਰਹਿਤ ਹੈ। ਤੇ ਫਿਰ ਉਹਨੂੰ ਕਿਹਾ ਜਾਂਦਾ ਹੈ ਵੀ ਇਸ ਗਿਆਨ ਤੋਂ ਤੂੰ ਵੱਖ ਹੋ ਸਕਦਾ ਹੈ। ਵੀ ਇਹ ਗਿਆਨ ਤੇਰਾ ਨਹੀਂ ਹੈ, ਤੈਨੂੰ ਸੰਸਾਰ ਨੇ ਦਿੱਤਾ ਹੋਇਆ ਹੈ, ਇਹ ਸੰਸਾਰਿਕ ਹੈ, ਇਹ ਤੈਨੂੰ ਖਵਾ ਦਿੱਤਾ ਹੈ, ਸੰਸਾਰ ਨੇ ਦੇ ਦਿੱਤਾ ਹੈ। ਹਾਂ, ਨਾ ਦਿੰਦੇ ਸੰਸਾਰਿਕ ਲੋਕ ਹੋ ਸਕਦਾ ਹੈ ਬੱਚਾ ਜੀ ਨਾ ਸਕਦਾ ਇੰਨਾ ਵਧੀਆ ਢੰਗ ਨਾਲ। ਸੰਸਾਰ ਵਿੱਚ ਜੀਣ ਵਾਸਤੇ ਠੀਕ ਹੈ, ਸੁੱਖ ਸੁਵਿਧਾ ਦੇ ਨਾਲ ਆਦਮੀ ਜੀ ਲੈਂਦਾ ਹੈ, ਪਰ ਇਹ ਗਿਆਨ ਕਰਕੇ ਹੀ ਬੰਧਨ ਵੀ ਹੁੰਦਾ ਹੈ। ਫਿਰ ਹੌਲੀ ਹੌਲੀ ਇਹ ਖਿਆਲ ਵਿੱਚ ਆਉਂਦਾ ਹੈ ਕਿਸੇ ਕਿਸੇ ਦੇ, ਗੁਰਮੁਖ ਪਿਆਰੇ ਦੀ, ਤੇ ਇਸ ਗਿਆਨ ਨੂੰ ਫਿਰ ਛੱਡਦਾ